ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਦੋਸਤੋ। ਅੱਜ ਦਾ ਜਿਹੜਾ ਸੈਸ਼ਨ ਅਸੀਂ ਕਰ ਰਹੇ ਹਾਂ ਇਹ ਤੁਹਾਡੀ ਜਿਹੜੀ ਸਟੇਟ ਨੋਮੀਨੇਸ਼ਨ ਸਾਊਥ ਆਸਟ੍ਰੇਲੀਆ ਸਟੇਟ ਨੇ ਨੋਮੀਨੇਸ਼ਨ ਐਪਲੀਕੇਸ਼ਨ ਸਟਾਰਟ ਕੀਤੀਆਂ ਨੇ। ਅੱਜ ਸਾਰਾ ਪ੍ਰੋਸੈਸ ਉਹਨਾਂ ਨੇ ਓਪਨ ਕੀਤਾ ਹੈ। ਸੋ ਵੀ ਵਾਂਟਡ ਟੂ ਗਿਵ ਯੂ ਸਮ ਅਪਡੇਟਸ ਅਬਾਊਟ ਇਟ ਵਿਚ ਆਰ ਵੈਰੀ ਵੈਰੀ ਕਰੂਸ਼ਲ। There are a lot of changes they have made in the nomination process. So first of all ਜਿਹੜੀ ਉਹਨਾਂ ਨੇ ਆਕੂਪੇਸ਼ਨਸ ਲਿਸਟ ਹੈ ਜਿਹੜੀ ਉਹ ਰਫਲੀ ਸੇਮ ਹੀ ਰੱਖੀ ਹੈ ਜੀ ਉਹਨਾਂ ਨੇ। ਉਹਦੇ ਵਿੱਚ ਕੋਈ ਫੇਰ ਬਦਲ ਸਾਨੂੰ ਨਹੀਂ ਲੱਗ ਰਿਹਾ ਕੋਈ ਕੀਤਾ। ਹਾਊਐਵਰ ਪਹਿਲਾਂ ਜਿਹੜੀਆਂ ਪਿਛਲੇ ਮਾਈਗ੍ਰੇਸ਼ਨ ਈਅਰ ਦੇ ਵਿੱਚ 6 ਕੈਟਾਗਰੀਜ਼ ਹੁੰਦੀਆਂ ਸੀਗੀਆਂ ਜਿਹਦੇ ਵਿੱਚ ਐਸਏ ਗ੍ਰੈਜੂਏਟਸ ਵਰਕਿੰਗ ਇਨ ਸਾਊਥ ਆਸਟ੍ਰੇਲੀਆ, ਹਾਈਲੀ ਸਕਿਲਡ ਐਂਡ ਟੈਲੈਂਟਡ ਪ੍ਰੋਗਰਾਮ, offshore applicants, long term residents and outer regional। ਉਹਦੇ ਵਿੱਚੋਂ ਹੁਣ ਉਹਨਾਂ ਨੇ 6 ਕੈਟਾਗਰੀਜ਼ ਤੋਂ ਹੁਣ 4 ਕੈਟਾਗਰੀਜ਼ ਕਰਤੀਆਂ ਓਨਲੀ, ਜਿਹਦੇ ਵਿੱਚ ਲੌਂਗ ਟਰਮ ਰੈਜ਼ੀਡੈਂਟਸ ਅਤੇ ਆਊਟਰ ਰੀਜਨਲ ਦੀ ਜਿਹੜੀ ਕੈਟਾਗਰੀ ਸੀ ਉਹ ਅਬੋਲਿਸ਼ ਕਰਤੀ ਹੈ। ਸੋ ਬੋਥ ਆਫ ਦੀਜ਼ ਕੈਟਾਗਰੀਜ਼ ਵਿਲ ਨਾਟ ਬੀ ਕੰਸੀਡਰਡ ਫॉर ਐਨੀ ਸਟੇਟ ਨੋਮੀਨੇਸ਼ਨ ਕ੍ਰਾਈਟੇਰੀਆ। ਸੋ ਇਹ ਇੱਕ ਬਿਗ ਚੇਂਜ ਹੈ। ਇਹ ਬਹੁਤ ਅਨਫੋਰਚੂਨੇਟ ਚੀਜ਼ ਵੀ ਹੈਗੀ ਹੈ। ਜਿਹੜੇ ਸਾਡੇ ਭਾਈ ਭੈਣ ਜਾਂ ਸਾਡੇ ਵੈਲਿਊਡ ਕਲਾਇੰਟਸ ਜਿਹੜੇ ਰੀਜਨਲ ਏਰੀਆਜ਼ ਦੇ ਵਿੱਚ ਰਹਿ ਰਹੇ ਸੀ ਅਤੇ ਕੰਮ ਕਰ ਰਹੇ ਸੀਗੇ ਐਂਡ ਦੇ ਵਰ ਕੰਟਰੀਬਿਊਟਿੰਗ ਟੂ ਦ ਰੀਜਨਲ ਇਕੋਨਮੀ ਆਫ ਸਾਊਥ ਆਸਟ੍ਰੇਲੀਆ, ਹੈਲਪਿੰਗ ਰੀਜਨਲ ਇੰਪਲੋਇਰਸ ਆਊਟ, ਉਹਨਾਂ ਵਾਸਤੇ ਅਨਫੋਰਚੂਨੇਟਲੀ ਇਹ ਬੈਡ ਨਿਊਜ਼ ਹੈ ਵੀ ਉਹ ਜੇ ਕਿਸੇ ਆਪਣੀ ਆਕੂਪੇਸ਼ਨ ਤੋਂ ਇਲਾਵਾ ਕਿਸੇ ਹੋਰ ਕੈਟੇਗਰੀ ਵਿੱਚ ਜੇ ਕੰਮ ਕਰ ਰਹੇ ਹੈ ਤਾਂ ਦੇ ਵਿਲ ਨਾਟ ਬੀ ਕੰਸੀਡਰਡ ਫॉर ਦ ਸਟੇਟ ਨੋਮੀਨੇਸ਼ਨ। ਹਾਂ, ਪਰ ਜੇ ਉਹ ਆਪਣੀ ਨੋਮੀਨੇਟਿਡ ਆਕੂਪੇਸ਼ਨਸ ਦੇ ਕਲੋਜ਼ਲੀ ਰਿਲੇਟਡ ਜੋਬ ਕਰ ਰਹੇ ਆ ਫਿਰ ਦੈਟਸ ਫਾਈਨ। ਪਰ ਜਿਵੇਂ ਪਹਿਲਾਂ ਹੁੰਦਾ ਸੀ ਪਿਛਲੇ ਮਾਈਗ੍ਰੇਸ਼ਨ ਈਅਰ ਦੇ ਵਿੱਚ, ਤੁਸੀਂ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਸਕਿੱਲ ਅਸੈਸਮੈਂਟ ਹੈਗੀ ਹੈ, ਜਿਵੇਂ ਸ਼ੈਫ ਦੀ ਸਕਿੱਲ ਅਸੈਸਮੈਂਟ ਹੈਗੀ ਅਤੇ ਤੁਸੀਂ ਉੱਥੇ ਜਾ ਕੇ ਕੋਈ ਫਿਸ਼ ਫੈਕਟਰੀ ਵਿੱਚ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਪਹਿਲਾਂ ਸਟੇਟ ਨੋਮੀਨੇਸ਼ਨ ਮਿਲ ਜਾਂਦੀ ਸੀ। ਬਟ ਅਨਫੋਰਚੂਨੇਟਲੀ ਉਹ ਚੀਜ਼ ਹੁਣ ਅਬੋਲਿਸ਼ ਹੋ ਗਈ ਹੈ। ਲੌਂਗ ਟਰਮ ਰੈਜ਼ੀਡੈਂਟਸ ਵੀ ਹੁਣ ਅਬੋਲਿਸ਼ ਹੋ ਚੁੱਕੇ ਨੇ ਜੀ। ਸੈਕਿੰਡ ਜਿਹੜਾ ਬਿਗੈਸਟ ਚੇਂਜ ਉਹਨਾਂ ਨੇ ਜਿਹੜਾ ਲਿਆਂਦਾ ਜੀ, ਹੁਣ ROI ਪ੍ਰੋਸੈਸ ਹੈ ਜਿਹੜਾ ਜਿਹਨੂੰ ਕਹਿੰਦੇ ਨੇ ਰਜਿਸਟ੍ਰੇਸ਼ਨ ਆਫ ਇੰਟਰਸਟ, ਉਹ ਉਹਨਾਂ ਨੇ ਮਸਟ ਕਰਤਾ ਵਿਚ ਇਜ਼ ਸਿਨੋਨਿਮਸ ਟੂ ਅਦਰ ਸਟੇਟਸ ਐਜ਼ ਵੈਲ। ਉਹਨਾਂ ਨੇ ਸਟੇਟ ਨੇ ਜਿਹੜੀ ਵਿਕਟੋਰੀਆ ਵੀ ਹੈ, ਹੋਰ ਸਟੇਟਸ ਵੀ ਨੇ ਜਿਹੜੀਆਂ ਰਜਿਸਟ੍ਰੇਸ਼ਨ ਆਫ ਇੰਟਰਸਟ ਲਾਂਚ ਕਰਨ ਨੂੰ ਕਹਿੰਦੇ ਨੇ। ਹੁਣ ਸਾਊਥ ਆਸਟ੍ਰੇਲੀਆ ਨੇ ਵੀ ਸੇਮ ਚੀਜ਼ ਸ਼ੁਰੂ ਕਰਤੀ ਹੈ ਜੀ। ਅਤੇ ਤੁਸੀਂ ROI ਪਾਓਗੇ, ਸੋ ROI ਐਂਡ EOI ਐਕਸਪ੍ਰੈਸ਼ਨ ਆਫ ਇੰਟਰਸਟ ਉਹ ਦੋਨੇ ਇਕੱਠੇ ਪੈਣਗੇ, ਫਿਰ ਤੁਹਾਡਾ ROI ਹੈ ਜਿਹੜਾ ਉਹ ਸਿਲੈਕਟ ਹੋਏਗਾ ਸਟੇਟ ਵੱਲੋਂ ਅਤੇ ਫਿਰ ਤੁਹਾਨੂੰ ਉਹ ਇਨਵਾਈਟ ਕਰਨਗੇ ਵੀ ਹਾਂਜੀ ਤੁਸੀਂ ਸਟੇਟ ਦੀ ਨੋਮੀਨੇਸ਼ਨ ਐਪਲੀਕੇਸ਼ਨ ਪਾ ਦਿਓ। ਸੋ ਇਹਦੇ ਨਾਲ ਜਿਹੜਾ ਸਾਰਾ ਪ੍ਰੋਸੈਸ ਹੈ ਉਹ ਥੋੜ੍ਹਾ ਜਿਹਾ ਲੰਬਾ ਹੋ ਗਿਆ ਅਤੇ ਓਬਵੀਅਸਲੀ ਇਹਨਾਂ ਵਿੱਚ ਥੋੜ੍ਹੀ ਜਿਹੀ ਹੁਣ ਡਿਲੇ ਵੀ ਆਏਗੀ ਕਿਉਂਕਿ ਜਿਹੜਾ ROI ਦਾ ਪ੍ਰੋਸੈਸ ਹੈ ਉਹ ਸਿਲੈਕਟਿਵ ਹੋਏਗਾ ਅਤੇ ਉਹ ਪ੍ਰਾਇਓਰਿਟੀ ਬੇਸਿਸ 'ਤੇ ਉਹ ਸਿਲੈਕਟ ਕਰਨਗੇ ਵਿਚ ਇਜ਼ ਵਾਟ ਆਮ ਗੋਇੰਗ ਟੂ ਟਾਕ about as well later on। some occupations ਜਿਵੇਂ ਫੋਰ ਐਗਜ਼ਾਮਪਲ ਪ੍ਰੋਕਿਓਰਮੈਂਟ ਮੈਨੇਜਰ ਹੈ ਉਹ ਸਿਰਫ 491 ਵਾਸਤੇ ਹੀ ਐਲੀਜੀਬਲ ਨੇ ਜੀ। ਸੋ ਹਰੇਕ ਆਕੂਪੇਸ਼ਨ ਦੀ ਪਹਿਲਾਂ ਲਿਸਟ ਬਣਾਈ ਹੈ ਉਹਨਾਂ ਨੇ ਵੀ, ਉਹ 491 ਵਾਸਤੇ ਰੱਖਣੀ ਹੈ ਜਾਂ 190 ਐਂਡ 491 ਵਾਸਤੇ ਵੀ ਰੱਖਣੀ ਹੈ। ਔਰ ਹਰੇਕ ਆਕੂਪੇਸ਼ਨ ਦੇ ਨਿਚਲੇ ਪਾਸੇ ਉਹਨਾਂ ਨੇ ਕੈਟੇਗਰੀਜ਼ ਫਿਰ ਅਲੱਗ ਬਣਾਈਆਂ ਵੀ ਵਰਕਿੰਗ ਇਨ ਸਾਊਥ ਆਸਟ੍ਰੇਲੀਆ ਜਾਂ ਗ੍ਰੈਜੂਏਟ ਹੈ ਜਾਂ ਆਫਸ਼ੋਰ ਹੈ, ਅਤੇ ਉਹਨਾਂ ਕੈਟੇਗਰੀਜ਼ ਵਾਸਤੇ ਵੀ ਉਹਨਾਂ ਨੇ ਫਿਰ ਇਹ ਆਪਸ਼ਨ ਆਪਣੇ ਕੋਲ ਰੱਖੀ ਹੈ ਵੀ ਇਹਨਾਂ ਨੂੰ ਅਸੀਂ 491 ਦੇਣਾ ਜਾਂ ਅਸੀਂ 190 ਵੀ ਦੇ ਸਕਦੇ ਹਾਂ। ਐਟ ਦੀ ਐਂਡ ਆਫ ਦ ਡੇ we have to lodge the ROI only, we do not have any leverage ਕਿ ਅਸੀਂ 491 ਵਾਸਤੇ ਅਪਲਾਈ ਕਰੀਏ ਜਾਂ 190 ਵਾਸਤੇ। ਉਹਨਾਂ ਨੇ ਇਹ ਆਪਸ਼ਨ ਵੀ ਆਪਣੇ ਕੋਲ ਰੱਖੀ ਹੈ ਵੀ ਅਸੀਂ ਕਿਹੜੇ ਐਪਲੀਕੈਂਟਸ ਨੂੰ 190 ਦੇਣਾ ਅਤੇ ਕਿਹਨਾਂ ਨੂੰ ਆਪਾਂ 491 ਦੇਣਾ। ਸੋ ਦਿਸ ਇਜ਼ ਆਲਸੋ ਵੈਰੀ ਬਿਗ ਚੇਂਜ। ਅਦਰ ਵੈਰੀ ਬਿਗ ਚੇਂਜਿਸ ਕਿ ਉਹਨਾਂ ਨੇ ਹੁਣ ਸਟੇਟ ਨੋਮੀਨੇਸ਼ਨ ਵਾਸਤੇ ਜਿਹੜਾ ਵਰਕ ਐਕਸਪੀਰੀਅੰਸ ਚਾਹੀਦਾ ਹੁੰਦਾ ਸਾਊਥ ਆਸਟ੍ਰੇਲੀਆ ਵਾਸਤੇ, ਉਹਨਾਂ ਨੇ ਉਹ ਫੁੱਲ ਟਾਈਮ ਕਰਤਾ ਜੀ। ਸੋ ਪਹਿਲਾਂ ਕਈ ਆਕੂਪੇਸ਼ਨ ਵਾਸਤੇ ਫੋਰ ਐਗਜ਼ਾਮਪਲ 491 ਵੀਜ਼ਾ ਵਾਸਤੇ ਸਿਰਫ 20 ਆਵਰਸ ਪਰ ਵੀਕ ਹੀ ਰਿਕੁਆਇਰਡ ਸੀਗਾ, ਪਰ ਹੁਣ ਉਹਨਾਂ ਨੇ ਇਹ ਚੇਂਜ ਕਰਕੇ ਫੁੱਲ ਟਾਈਮ ਵਰਕ ਐਕਸਪੀਰੀਅੰਸ ਫॉर ਐਟਲੀਸਟ 6 months, it is regardless of whether you are a graduate or working in South Australia। So
ਇਹ ਵੀ ਇੱਕ ਬਿਗ ਚੇਂਜ ਹੈ ਜੀ। ਸੋ ਇਫ ਸਮਬਡੀ ਇਜ਼ ਵਰਕਿੰਗ ਇਨ देयर ਫੀਲਡ ਔਰ ਰਿਲੇਟਡ ਔਰ ਅਨਰਿਲੇਟਡ, ਜੇ ਤੁਸੀਂ 30 ਆਵਰਸ ਪਰ ਵੀਕ ਤੋਂ ਘੱਟ ਕੰਮ ਕਰ ਰਹੇ ਹੋ ਜਾਂ 60 ਆਵਰਸ ਅ ਫੋਰਟਨਾਈਟ, ਤਾਂ ਤੁਸੀਂ ਸਟੇਟ ਨੋਮੀਨੇਸ਼ਨ ਵਾਸਤੇ ਐਲੀਜੀਬਲ ਨਹੀਂ ਹੋਗੇ ਜੀ। ਇਟ ਇਜ਼ ਵੈਰੀ ਇੰਪੋਰਟੈਂਟ ਐਂਡ ਕਰੂਸ਼ਲ ਚੇਂਜ, ਅਤੇ ਇਟ ਇਜ਼ ਗੋਇੰਗ ਟੂ ਅਫੈਕਟ ਅ ਲੋਟ ਅ ਬਿਗ ਕੋਹੋਰਟ ਆਫ ਕਲਾਇੰਟਸ, ਜਿਹਦੇ ਨਾਲ ਕਾਫੀ ਡਿਸਸੈਟਿਸਫੈਕਸ਼ਨ ਹੋਊਗੀ ਜੀ। ਸਾਊਥ ਆਸਟ੍ਰੇਲੀਆ ਸਟੇਟ ਨੇ ਇਹ ਵੀ ਡਿਕਲੇਅਰ ਕੀਤਾ ਜੀ ਵੀ ਕਾਫੀ ਚੀਜ਼ਾਂ ਨੂੰ ਅਸੀਂ ਪ੍ਰਾਇੋਰਟਾਈਜ਼ ਕਰਾਂਗੇ, ਜਿਵੇਂ ਕਿ ਸਾਊਥ ਆਸਟ੍ਰੇਲੀਅਨ ਗ੍ਰੈਜੂਏਟਸ ਦਾ ਉਹ ਧਿਆਨ ਰੱਖਣਗੇ। ਓਬਵੀਅਸਲੀ they have always looked after their graduates, and they are going to continue in the same fashion in future. Working in South Australia in skilled occupations for longer periods. So ਜੇ ਕੋਈ ਬੰਦਾ ਸਪੋਜ਼ 6 ਮਹੀਨੇ ਦੀ ਬਜਾਏ ਸਾਲ ਹੋ ਗਿਆ ਉਹਨੂੰ ਕੰਮ ਕਰਦੇ ਨੂੰ, ਪਰ ਸੇਮ ਆਕੂਪੇਸ਼ਨ ਦੇ ਵਿੱਚ ਉਹਨੂੰ ਪ੍ਰਾਇੋਰਟੀ ਦਿੱਤੀ ਜਾਊਗੀ ਐਜ਼ ਕੰਪੇਅਰ ਟੂ ਅ ਪਰਸਨ ਹੂ ਹੈਜ਼ ਡਨ ਓਨਲੀ 6 months in that occupation. ਪ੍ਰਾਇੋਰਟੀ ਸੈਕਟਰਸ ਉਹਨਾਂ ਨੇ ਡਿਫਾਈਨ ਕੀਤੇ ਨੇ ਜੀ: ਹੈਲਥ, ਮੈਡੀਕਲ, ਕੰਸਟਰਕਸ਼ਨ, अर्ਲੀ ਚਾਈਲਡਹੁੱਡ, ਡਿਜੀਟਲ ਟੈਕਨੋਲੋਜੀਜ਼, ਐਗਰੀ ਬਿਜ਼ਨਸ, ਹੌਸਪਿਟੈਲਿਟੀ, ਮਾਈਨਿੰਗ ਐਂਡ ਰਿਸੋਰਸਿਸ, ਐਨਰਜੀ ਐਂਡ ਡਿਫੈਂਸ। ਸੋ ਇਹ ਵੀ ਜਿਹੜੇ ਸੈਕਟਰ ਨੇ, ਇਹਨਾਂ ਨੇ ਇਹ ਵੀ ਡਿਸਾਈਡ ਕੀਤਾ ਵੀ ਇਹਨਾਂ ਨੂੰ ਪ੍ਰਾਇੋਰਟੀ ਦਿੱਤੀ ਜਾਏਗੀ। ਅਤੇ ਹੋਲਿਸਟਿਕਲੀ ਜੇ ਦੇਖਿਆ ਜਾਵੇ, ਜਿਵੇਂ ਕਿ ਇਸ ਮਾਈਗ੍ਰੇਸ਼ਨ ਈਅਰ ਦੇ ਵਿੱਚ 30,000 ਸੀਟਸ ਇਹਨਾਂ ਨੇ ਸਟੇਟਸ ਐਂਡ ਟੈਰੀਟਰੀਜ਼ ਨੂੰ ਦਿੱਤੀਆਂ ਸੀਗੀਆਂ। ਉਹਨਾਂ ਵਿੱਚੋਂ ਜਿਹੜੀ ਐਲੋਕੇਸ਼ਨਸ ਹੋਈਆਂ ਨੇ ਉਹ ਸਿਰਫ 17,000 ਹੋਈਆਂ ਨੇ। ਸੋ 13,000 ਸੀਟਸ ਆਰ ਸਟਿਲ ਨੀਡ ਟੂ ਬੀ ਐਲੋਕੇਟਿਡ ਟੂ ਦ ਸਟੇਟਸ ਐਂਡ ਟੈਰੀਟਰੀਜ਼। ਸਾਊਥ ਆਸਟ੍ਰੇਲੀਆ ਕੋਲ ਅਨਫੋਰਚੂਨੇਟਲੀ ਬਹੁਤ ਘੱਟ ਸੀਟਾਂ ਆਈਆਂ ਨੇ। ਪਿਛਲੀ ਵਾਰੀ ਸਾਡੇ ਕੋਲ 8800 ਸੀਗੀਆਂ, ਇਸ ਵਾਰੀ ਰਫਲੀ 2300 ਆਈਆਂ ਨੇ। ਹਾਂਜੀ, ਜਿਹਦੇ ਵਿੱਚ ਕਿ 190 ਦੀਆਂ ਤੇ 491 ਦੀਆਂ ਦੋਨੋਂ ਮਿਲਾ ਕੇ, ਹੈ ਨਾ। ਸੋ 23 ਸੀਟਸ ਐਜ਼ ਕੰਪੇਅਰ ਟੂ 8800, ਸੌਰੀ 2300 ਸੀਟਸ ਐਜ਼ ਕੰਪੇਅਰ ਟੂ 8800 ਸੀਟਸ ਇਜ਼ ਵੈਰੀ ਲੋ ਨੰਬਰ। ਅਤੇ ਓਬਵੀਅਸਲੀ ਇਹ ਰਫਲੀ 5500 ਸੀਟਸ ਦਾ ਡਿਫਰੈਂਸ ਹੈ ਜਿਹੜਾ, ਉਹਨਾਂ ਚੀਜ਼ਾਂ ਕਰਕੇ ਇਹਨਾਂ ਨੂੰ ਆਪਣੇ ਜਿਹੜੇ ਨੋਮੀਨੇਸ਼ਨ ਦਾ ਕ੍ਰਾਈਟੀਰੀਆ ਸੀਗਾ ਉਹ ਬਹੁਤ ਰਿਸਟ੍ਰਿਕਟਿਡ ਕਰਨਾ ਪੈਣਾ ਸੀ। ਵੀ ਵਰ ਐਕਸਪੈਕਟਿੰਗ ਦੋਜ਼ ਥਿੰਗਸ ਟੂ ਹੈਪਨ ਜਦੋਂ ਦੀ ਉਹਨਾਂ ਨੇ ਐਲੋਕੇਸ਼ਨ ਦਿੱਤੀ ਸੀਗੀ, ਬਟ ਇੰਨੀ ਜ਼ਿਆਦਾ ਰਿਸਟ੍ਰਿਕਟਿਡ ਹੋ ਜਾਏਗੀ ਇਹਦੀ ਐਕਸਪੈਕਟੇਸ਼ਨ ਨਹੀਂ ਸੀਗੀ। ਸੋ ਇਟਸ ਵੈਰੀ ਅਨਫੋਰਚੂਨੇਟ, ਸਪੈਸ਼ਲੀ ਫॉर ਪੀਪਲ ਹੂ ਹੈਵ ਬੀਨ ਵੇਟਿੰਗ ਫॉर ਦਿਸ ਪ੍ਰੋਗਰਾਮ ਟੂ ਓਪਨ। ਅਤੇ ਜਿੰਨੀ ਸਾਡੀ ਐਕਸਪੈਕਟੇਸ਼ਨ ਸੀਗੀ ਉਸ ਤੋਂ ਵੀ ਕਿਤੇ ਵੱਧ ਰਿਸਟ੍ਰਿਕਟਿਡ ਕ੍ਰਾਈਟੀਰੀਆ ਇਹਨਾਂ ਨੇ ਨੋਮੀਨੇਟ ਕੀਤਾ। ਫੁੱਲ ਟਾਈਮ ਵਰਕ ਐਕਸਪੀਰੀਅੰਸ ਦਾ ਵੀ ਜਿਹੜਾ ਹੈਗਾ, ਸੋ ਆਈ ਥਿੰਕ majority of our clients are working in their occupations for less than 30 hours per week or 60 hours a fortnight. ਉਹਨਾਂ 'ਤੇ ਵੀ ਇਸ ਚੀਜ਼ ਦਾ ਬਹੁਤ ਹੈਵੀ ਇੰਪੈਕਟ ਪਏਗਾ ਜੀ। ਆਈ ਡੋਂਟ ਨੋ ਵੀ ਉਹਨਾਂ ਨੂੰ ਹੁਣ ਆਪਣੀ ਜੋਬ ਚੇਂਜ ਕਰਨੀ ਪਏਗੀ ਜਾਂ ਜੋਬ ਨੂੰ ਦੁਬਾਰਾ ਨੈਗੋਸ਼ੀਏਟ ਕਰਨਾ ਹੋਊਗਾ ਆਪਣੇ ਇੰਪਲੋਇਜ਼ ਨਾਲ, ਬਟ ਦੈਟ ਇਜ਼ ਗੋਇੰਗ ਟੂ ਬੀ ਅ ਬਿਗ ਫੈਕਟਰ in terms of the state nomination. Simran ji, I think I have covered all those things. ਜਿਵੇਂ ਮੋਟਾ ਆਪਾਂ ਕਹਿੰਦੇ ਵੀ ਕਰ ਲਿਆ। Do you have anything else to add on? ਕਹਿਣਾ ਚਾਹੁੰਦੇ ਹਾਂ ਵੀ ਰੂਲਸ ਥੋੜੇ ਜਿਹੇ ਲਾਸਟ ਈਅਰ ਨਾਲੋਂ ਥੋੜੇ ਜਿਹੇ ਇਸ ਵਾਰੀ ਚੇਂਜ ਹੋਏ ਨੇ। ਨਹੀਂ, ਥੋੜੇ ਨਹੀਂ ਜੀ, ਬਹੁਤ ਚੇਂਜ ਹੋਏ ਨੇ। ਹਾਂਜੀ, ਉਹਨਾਂ ਨੇ ਲੌਂਗ ਟਰਮ ਰੈਜ਼ੀਡੈਂਟਸ, ਜਿਵੇਂ ਕਿ ਸਾਰੇ ਲੋਕ ਕਈ ਹੁੰਦੇ ਸੀਗੇ ਵੀ ਹਾਂਜੀ ਅਸੀਂ ਲੌਂਗ ਟਰਮ, ਉਹ ਲਾਸਟ ਕਿੰਨੇ ਸਾਲਾਂ ਤੋਂ ਉੱਥੇ ਰਹਿ ਰਹੇ ਨੇ। ਸਾਊਥ ਆਸਟ੍ਰੇਲੀਆ ਜਿਹੜੇ ਆਊਟਰ ਰੀਜਨਲ ਨੇ ਉਹਨਾਂ ਵਾਸਤੇ ਵੀ ਉਹਨਾਂ ਨੇ ਕਾਫੀ ਜ਼ਿਆਦਾ ਪ੍ਰੋਬਲਮ ਹੋ ਗਈ ਹੈ। ਹਾਂਜੀ, ਸੋ ਲੌਂਗ ਟਰਮ ਅਤੇ ਆਊਟਰ ਰੀਜਨਲ ਇਹ ਦੋ ਕੈਟੇਗਰੀ ਸੀਗੀਆਂ ਜਿਹੜੀਆਂ ਕਿ ਬਹੁਤ ਇੰਪੋਰਟੈਂਟ ਕੈਟੇਗਰੀ ਸੀਗੀਆਂ ਸਟੇਟ ਨੋਮੀਨੇਸ਼ਨ ਵਾਸਤੇ, ਸਾਊਥ ਆਸਟ੍ਰੇਲੀਆ ਵਾਸਤੇ। ਉਹਨਾਂ ਨੇ ਆਈ ਥਿੰਕ ਇਹ ਚੀਜ਼ ਅਬੋਲਿਸ਼ ਕਰਕੇ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੇ ਕੋਈ ਵਧੀਆ ਚੀਜ਼ ਕੀਤੀ ਹੈ, ਕਿਉਂਕਿ ਇਹਦੇ ਨਾਲ ਜਿਹੜੀ ਸਾਊਥ ਆਸਟ੍ਰੇਲੀਆ ਦੀ ਰੀਜਨਲ ਇਕੋਨਮੀ ਹੈ, ਜਿਹੜੇ ਹੋਰ ਆਪਣੇ ਕਿੰਨੇ ਕਲਾਇੰਟਸ ਹੈਗੇ ਨੇ ਜਿਹੜੇ ਕਿੰਨੇ ਹੀ ਮਹੀਨਿਆਂ ਤੋਂ ਆਪਣੀ ਆਕਿਊਪੇਸ਼ਨ 'ਚ ਨਹੀਂ ਕੰਮ ਕਰ ਰਹੇ, ਬਟ ਉਹ ਰੀਜਨਲ ਇੰਪਲੋਇਜ਼ ਲਈ ਕਿੰਨੀ ਦੇਰ ਤੋਂ ਕੰਮ ਕਰ ਰਹੇ, ਜਿਹੜੇ ਕਿ ਵੇਟ ਕਰ ਰਹੇ ਨੇ, ਸਪੋਰਟ ਕਰ ਰਹੇ ਨੇ ਜਿਹੜੇ ਰੀਜਨਲ ਉਹਨਾਂ ਨੇ ਇੰਪਲੋਇਜ਼। ਹਾਂਜੀ, ਹਾਂ। ਸੋ ਆਪਾਂ ਨੂੰ ਕਿੰਨੇ ਇੰਪਲੋਇਜ਼ ਦੇ ਫੋਨ ਆਉਂਦੇ ਨੇ ਵੀ ਸਾਨੂੰ ਉਹ ਚਾਹੀਦੇ ਨੇ, ਵਰਕ ਫੋਰਸ ਚਾਹੀਦੀ ਹੈ, ਹੈ ਨਾ, ਕਿਸੇ ਫਿਸ਼ ਫੈਕਟਰੀ ਚਾਹੀਦੀ ਹੈ ਜਾਂ ਕਿਸੇ ਮੈਨੂਫੈਕਚਰਿੰਗ ਯੂਨਿਟ ਚਾਹੀਦੀ ਹੈ। ਸੋ ਪੀਪਲ ਹੂ ਡੂ ਨਾਟ ਫਾਈਂਡ ਜੌਬਸ ਲਾਈਕ ਸ਼ੈਫਸ ਔਰ ਮੋਟਰ ਮਕੈਨਿਕਸ, ਦੇ ਗੋ ਟੂ ਰੀਜਨਲ ਏਰੀਆਜ਼ ਐਂਡ ਦੇ ਹੈਲਪ ਪੀਪਲ ਆਊਟ
ਰੀਜਨਲ EMPLOYERS ਆਊਟ ਕਿ ਉਹਨਾਂ ਦੇ ਕੰਮ ਚੱਲਦੇ ਰਹਿਣ, ਉਹਨਾਂ ਦੇ ਬਿਜ਼ਨਸ ਚੱਲਦੇ ਰਹਿਣ। ਤੇ ਸਾਊਥ ਆਸਟ੍ਰੇਲੀਆ ਸਟੇਟ ਨੇ ਪਿਛਲੀ ਵਾਰੀ ਇਹ ਚੀਜ਼ਾਂ ਸਪੋਰਟ ਵੀ ਕੀਤੀਆਂ ਸੀ ਪਿਛਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ। ਹਾਂਜੀ ਕਿਉਂਕਿ ਪਹਿਲਾਂ ਰੂਲਸ ਇਹ ਸੀਗਾ ਵੀ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਆਕਿਊਪੇਸ਼ਨ ਦੀ ਸਕਿੱਲ ਅਸੈਸਮੈਂਟ ਹੈਗੀ ਹੈ ਤੇ ਤੁਸੀਂ ਆਪਣੀ ਈਵਨ ਅਨਰਿਲੇਟਡ ਆਕਿਊਪੇਸ਼ਨ ਵਿੱਚ ਵੀ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਸਟੇਟ ਨੋਮੀਨੇਸ਼ਨ ਮਿਲ ਜੇਗੀ ਆਫਟਰ 6 ਮੰਥਸ। ਐਂਡ ਬਹੁਤ ਲਾਸਟ ਈਅਰ ਬਹੁਤ ਕਲਾਇੰਟ ਸੀ ਸਾਡੇ ਤੇ ਜਿਹੜੇ ਕਿ ਮੂਵ ਕੀਤੇ ਹੋਏ ਨੇ ਆਲਰੇਡੀ। ਹਾਂਜੀ, ਸੋ ਉਹਨਾਂ ਵਾਸਤੇ ਇਹ ਬਹੁਤ ਬੈਡ ਨਿਊਜ਼ ਹੈ। ਹਾਂਜੀ, ਲੌਂਗ ਟਰਮ ਰੈਜ਼ੀਡੈਂਟਸ ਵਾਸਤੇ ਵੀ ਇਕੁਅਲੀ ਬੈਡ ਚੀਜ਼ ਹੈਗੀ ਹੈ, ਬਟ ਆਈ ਗੈਸ ਜਦੋਂ ਲੌਂਗ ਟਰਮ ਰੈਜ਼ੀਡੈਂਟਸ ਹੁੰਦੇ ਹੋ ਤੁਸੀਂ ਤਾਂ ਤੁਸੀਂ ਕੋਈ ਨਾ ਕੋਈ ਹੋਰ ਆਕਿਊਪੇਸ਼ਨ ਦੇ ਵਿੱਚ ਆਪਣੀ ਸਕਿੱਲ ਅਸੈਸਮੈਂਟ ਲੈ ਹੀ ਲੈਂਦੇ ਹੋ। ਸੋ ਦਿਸ ਇਜ਼ ਇਨ ਅ ਨਟਸ਼ੈਲ। there are more important things, more detailed things to come, but please stay tuned। ਐਂਡ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ, ਇਹ ਤਾਂ ਸਿਰਫ ਜਨਰਲ ਇਨਫੋਰਮੇਸ਼ਨ ਦਿੱਤੀ ਹੈ ਮੈਂ ਤੁਹਾਨੂੰ, ਜਿੰਨੀ ਜਲਦੀ ਤੋਂ ਜਲਦੀ ਮੈਂ ਤੁਹਾਨੂੰ ਦੇ ਸਕਦਾ ਸੀ ਇਨ ਅ ਵੈਰੀ ਸ਼ਾਰਟ ਵੀਡੀਓ। ਪਰ ਹਰੇਕ ਦੇ ਸਰਕਮਸਟੈਂਸਿਸ ਟੋਟਲੀ ਡਿਫਰੈਂਟ ਹੁੰਦੇ ਨੇ ਜੀ, ਹਰੇਕ ਦਾ ਕੇਸ ਯੂਨੀਕ ਹੁੰਦਾ ਹੈ। ਸੋ for us to give you the customized advice, please book a consult session ਸੋ ਦੈਟ ਕਿ ਤੁਹਾਡੇ ਮਾਈਗ੍ਰੇਸ਼ਨ ਆਊਟਕਮਸ ਕੀ ਬਣਦੇ ਨੇ, ਕੀ ਤੁਹਾਡੇ ਕੋਲ ਆਪਸ਼ਨਸ ਨੇ, ਤੇ ਜੇ ਇਸ ਵਾਰੀ ਨਹੀਂ ਹੋਈਆਂ ਤਾਂ ਆਪਾਂ ਅੱਗੇ ਜਾ ਕੇ ਕੀ ਕਰ ਸਕਦੇ ਹਾਂ ਜੀ। ਠੀਕ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।